ਮੈਂ ਤੇ ਮੇਰੀ ਪਤਨੀ ਚਿਰਾਕੇ ਹੀ ਸ਼ਹਿਰੋਂ ਵਿਹਲੇ ਹੋਏ। ਸੂਰਜ ਡੁੱਬ ਚੁੱਕਾ ਸੀ ਤੇ ਸਾਵਣ ਦੀ ਕਿਣਮਿਣ ਹੋ ਰਹੀ ਸੀ, ਪਰ ਸਾਡੇ ਕੋਲ ਜੀਪ ਸੀ। 15 ਮੀਲ ਪੱਕੀ ਸੜਕ ਦੇ ਅਸਾਂ ਝੱਟ ਮੁਕਾ ਲਏ। ਇੱਥੋਂ ਸਾਡਾ ਪਿੰਡ 1.25 ਮੀਲ ਸੀ। ਰਸਤਾ ਪਰ ਕੱਚਾ ਸੀ। ਅਸਾਂ 2 ਪੈਲੀਆਂ ਦੀ ਵਾਟ ਕੱਚੇ ਉੱਤੇ ਗਏ ਹੋਵਾਂਗੇ ਕਿ ਬੱਦਲ ਵਰੇ ਕਾਨੂੰ ਪਾਟ ਹੀ ਗਏ। ਕੱਚੀ ਸੜਕ ਦੀ ਲੀਕ ਲੁੱਕ ਗਈ ਤੇ ਪਹੀਆ ਕਿਸੇ ਟੋਏ ਵਿੱਚ ਇਹੋ ਜਿਹਾ ਫਸਿਆ ਕਿ ਹਾਰ ਕੇ ਮੈਨੂੰ ਇੰਜਣ ਬੰਦ ਕਰਨਾ ਪਿਆ। ਉਸੇ ਵੇਲੇ ਸੜਕ ਦੇ ਬੰਨਿਓਂ ਆਵਾਜ਼ ਆਈ, ਐਸ ਤੂਫਾਨ ਵਿੱਚ ਸਰਦਾਰ ਜੀ। ਮੈਂ ਤੱਕਿਆ, ਕੋਈ ਲੰਮਾ ਝੰਮਾ ਆਦਮੀ ਸਿਰ ਤੇ ਬੋਰੀ ਪਾਈ ਸਾਡੇ ਵੱਲ ਆ ਰਿਹਾ ਸੀ। ਪਛਾਣਿਆ ਨਹੀਂ। ਉਸ ਨੇੜੇ ਪਹੁੰਚ ਕੇ ਆਖਿਆ, ਮੈਂ ਕੇਰੂ, ਦੱਸੋ ਜੋ ਮੈਂ ਕੁਝ ਕਰ ਸਕਦਾ ਹੋਵਾਂ। ਕੇਰੂ ਦਾ ਨਾਂ ਸੁਣਦਿਆਂ ਸਾਰ ਮੇਰੀਆਂ ਅੱਖਾਂ ਅੱਗੋਂ ਕਈ ਕਤਲ, ਕਈ ਲੁੱਟੇ ਮੁਸਾਫਰ, ਕਈ ਚੋਰੀਆਂ, ਕਈ ਡਾਕੇ ਫਿਰ ਗਏ। ਸਾਡੀ ਨਵੀਂ ਵਿਆਹੀ ਕੁੜੀ ਨੇ ਚੋਰੀਆਂ ਦੇ ਡਰੋਂ ਇੱਕ ਟਰੰਕ ਸਾਡੇ ਨਾਲ ਧਰ ਦਿੱਤਾ ਸੀ। ਇਹ ਮੇਰਾ ਖਿਆਲ ਇੱਕ ਖਿਣ ਦੀ ਗੱਲ ਹੋਵੇਗੀ, ਕਿਉਂਕਿ ਝੱਟ ਸਾਵਧਾਨ ਹੋ ਕੇ ਮੈਂ ਕੇਰੂ ਨੂੰ ਉੱਤਰ ਦਿੱਤਾ, ਬੜੀ ਮਿਹਰਬਾਨੀ ਕੇਰ ਸਿੰਘ ਜੀ, ਮੈਂ ਇਸ ਵੇਲੇ ਆਪਣੇ ਮੂਰਖਪੁਣੇ ਤੋਂ ਸ਼ਰਮਿੰਦਾ ਹਾਂ। ਜੋ ਤੁਹਾਨੂੰ ਸੁੱਝੇ ਕਰੋ, ਤੁਹਾਡੇ ਗੋਚਰੇ ਹਾਂ। ਫਿਰ ਚਲੋ ਤੁਸੀਂ ਮੇਰੇ ਨਾਲ। ਤੁਸੀਂ ਸੁਣਿਆ ਹੀ ਹੋਵੇਗਾ, ਮੈਂ ਪਿੰਡ ਵਿੱਚ ਨਹੀਂ ਰਹਿੰਦਾ। ਇੱਥੇ ਖੂਹ ਉੱਤੇ ਹੀ ਹਵੇਲੀ ਬਣਾ ਲਈਏ। ਮੇਰੀ ਜ਼ਮੀਨ ਤੇ ਇਸ ਸੜਕ ਦੀ ਹੱਦ ਸਾਂਝੀ ਏ। ਆਪਣੇ ਮਨ ਨਾਲ ਮੈਂ ਝੱਟ ਫੈਸਲਾ ਕਰ ਲਿਆ ਤੇ ਹੱਥ ਨਾਲ ਘੁੱਟ ਕੇ ਆਪਣੀ ਪਤਨੀ ਦੀ ਖਾਮੋਸ਼ ਸਲਾਹ ਵੀ ਲੈ ਲਈ ਸੀ ਕਿ ਜੋ ਕੇਰੂ ਸਾਡੇ ਨਾਲ ਕਰਨਾ ਚਾਹੇ ਉਹ ਸੜਕ ਤੇ ਵੀ ਕਰ ਸਕਦਾ ਹੈ ਤੇ ਘਰ ਲਿਜਾ ਕੇ ਵੀ ਕਰ ਸਕਦਾ ਹੈ। ਰਾਤ ਹਨੇਰੀ ਤੇ ਮੀਂਹ ਛੱਜੀ ਖਾਰੀ ਪੈ ਰਿਹਾ ਸੀ। ਪਰ ਕੇਰ ਸਿੰਘ ਜੀ, ਇੱਕ ਟਰੰਕ ਹਵੇਲੀ ਖੜਨਾ ਹੋਵੇਗਾ। ਲਿਆਓ ਫੜਾਓ। ਤੇ ਉਸਨੇ ਸਿਰੋਂ ਬੋਰੀ ਲਾ ਕੇ ਹੱਥ ਪਾ ਕੇ ਟਰੰਕ ਆਪਣੇ ਸਿਰ ਧਰਾ ਲਿਆ ਤੇ ਉੱਪਰ ਬੋਰੀ ਪਾ ਲਈ। ਅਸੀਂ ਦੋਵੇਂ ਇੱਕ ਦੂਜੇ ਨੂੰ ਆਸਰਾ ਦਿੰਦੇ ਉਹਦੇ ਪਿੱਛੇ ਹੋ ਲਏ। ਹਵੇਲੀ ਦਾ ਬੂਹਾ ਕੇਰੂ ਨੇ ਬੜੇ ਢੰਗ ਨਾਲ ਖੜਕਾਇਆ। ਪਹਿਲਾਂ 3 ਇਕੱਠੀਆਂ ਠੋਕਰਾਂ, ਫਿਰ ਇੱਕ ਜ਼ਰਾ ਜ਼ੋਰ ਨਾਲ ਨਖੇੜ ਕੇ ਅੰਦਰੋਂ ਬੂਹਾ ਖੁੱਲਿਆ। ਨਵੇਂ ਨਗਰ ਦੇ ਵੱਡੇ ਸਰਦਾਰ ਹੋਰੀ, ਕੇਰੂ ਨੇ ਆਖਿਆ, ਤੇ ਬੂਹਾ ਖੋਲਣ ਵਾਲੀ ਨੇ ਰੱਖ ਸਾਈਂ ਦੀ ਆਖ ਕੇ ਮੇਰੀ ਪਤਨੀ ਦਾ ਹੱਥ ਫੜ ਲਿਆ। ਦੂਜੇ ਉਹਦੇ ਹੱਥ ਵਿੱਚ ਲਾਲਟੈਨ ਸੀ। ਇੱਕ ਪਸਾਰ ਵਿੱਚ ਕੇਰੂ ਨੇ 2 ਮੰਜੇ ਢਾ ਦਿੱਤੇ। ਇਸਤਰੀ ਨੇ ਸੰਦੂਕ ਵਿੱਚੋਂ 2 ਖੇਸ ਕੱਢ ਕੇ ਉੱਪਰ ਵਿਛਾ ਦਿੱਤੇ। ਕੋਈ ਸੁਕਰਨੀ ਸੀ ਇਹ ਇਸਤਰੀ। ਕਿਸ ਤਰ੍ਹਾਂ 2 ਨੁੱਕਰਾਂ ਤੋਂ ਛੰਡ ਕੇ ਖੇਸ ਸਰਹੱਦੀਆਂ ਪਵਾਂਦੀ ਪਹੁੰਚਾ ਦਿੱਤਾ ਤੇ ਸਰਹੱਦੀਆਂ ਪਵਾਂਦੀ ਜਾ ਕੇ ਤੇ 4 ਹੱਥ ਫੇਰਿਆਂ ਵਿੱਚ ਸਾਰੇ ਵੱਟ ਕੱਢ ਦਿੱਤੇ। ਹਵਾ ਨਾਲ ਕੁਝ ਕਾਲੀ ਹੋਈ ਬੱਤੀ ਦੀ ਰੌਸ਼ਨੀ ਵਿੱਚ ਨਕਸ਼ ਬਹੁਤੇ ਸਾਫ਼ ਨਹੀਂ ਸਨ ਦਿਖਦੇ, ਪਰ ਇਸਤਰੀ ਦੇ ਕੱਦ ਕਾਠ ਤੇ ਚਾਲ ਢਾਲ ਵਿੱਚ ਇਹੋ ਜਿਹਾ ਕੁਝ ਸੀ ਕਿ ਉਹਦੇ ਵੱਲ ਵੇਖਣਾ ਮੈਨੂੰ ਚੰਗਾ ਲੱਗਦਾ ਸੀ। ਹੁਣੇ ਮੈਂ ਤੁਹਾਡੇ ਲਈ ਰੋਟੀਆਂ ਲਾ ਲੈਂਦੀ ਹਾਂ। ਤੁਸੀਂ ਰੋਟੀ ਦੀ ਖੇਚਲ ਨਾ ਕਰੋ, ਮੇਰੀ ਪਤਨੀ ਨੇ ਆਖਿਆ। ਖੇਚਲ? ਕਦੇ ਗੱਡੀ ਫਸਿਆਂ ਹੀ ਤੁਸੀਂ ਸਾਡੇ ਘਰ ਆਉਣਾ ਹੋਇਆ। ਆਟਾ ਗੁੱਦਾ ਸਲੂਣਾ ਰਿੱਧਾ ਪਿਆ ਹੈ। ਇਹ ਕਹਿੰਦੀ ਤੇ ਮੁਸਕਰਾਉਂਦੀ ਉਹ ਰਸੋਈ ਵੱਲ ਚਲੀ ਗਈ ਤੇ ਮੈਂ ਬੂਹਾ ਚੰਨਾ ਵੇਖ ਆਵਾਂ। ਕੇਰੂ ਵੀ ਚਲਾ ਗਿਆ। ਅਸੀਂ ਦੋਵਾਂ ਨੇ ਹੌਲੀ ਹੌਲੀ ਘੁਸਰ ਮੁਸਰ ਵਿੱਚ ਇੱਕ ਦੂਜੇ ਦਾ ਦਿਲ ਪੁੱਛਿਆ। ਡਰ ਵੀ ਸੀ, ਪਰ ਮਾੜੇ ਵੀ ਉਹ ਨਹੀਂ ਸਨ ਲੱਗੇ। ਰੋਟੀ ਖਾਧੀ ਗਈ। ਇਸਤਰੀ ਭਾਂਡਾ ਟੀਂਡਾ ਸਾਂਭਣ ਚਲੀ ਗਈ। ਕੇਰੂ ਵੀ ਇਹ ਆਖ ਕੇ ਕਿ ਤੁਸੀਂ ਥੱਕੇ ਹੋ, ਆਰਾਮ ਕਰੋ, ਸਾਨੂੰ ਛੱਡ ਗਿਆ। ਜਿਹੜੀਆਂ ਗੱਲਾਂ ਬਹੁਤੀਆਂ ਸਾਡੇ ਮਨ ਵਿੱਚ ਸਨ, ਉਹ ਅਸੀਂ ਉਸ ਘਰ ਵਿੱਚ ਕਰ ਨਹੀਂ ਸਕਦੇ। ਚੁੱਪ ਕਰਕੇ ਲੰਮੇ ਪੈ ਗਏ। ਮੇਰੀ ਪਤਨੀ ਦੀ ਨੀਂਦ ਚੰਗੀ ਹੈ। ਉਹ 5-10 ਮਿੰਟਾਂ ਵਿੱਚ ਹੀ ਸੌਂ ਗਈ, ਪਰ ਮੈਂ ਹਰ ਨਿੱਕੇ ਜਿਹੇ ਖੜਾਕ ਉੱਤੇ ਵੀ ਅੱਖਾਂ ਖੋਲ੍ਹ ਲੈਂਦਾ ਸਾਂ। ਇੱਕ ਵਾਰੀ ਕੀ ਵੇਖਦਾ ਹਾਂ ਕਿ ਕੇਰੂ ਬੂਹੇ ਅੱਗੇ ਢਾਰੇ ਵਿੱਚ ਖੜਾ ਹੈ। ਉਹਦੀ ਪਿੱਠ ਸਾਡੇ ਵੱਲ ਹੈ। ਮੈਂ ਤੱਕਦਾ ਰਿਹਾ। ਉਹ ਚਲਾ ਗਿਆ। ਅੱਧੇ ਘੰਟੇ ਬਾਅਦ ਫੇਰ ਮੈਨੂੰ ਕੁਝ ਜਾਪਿਆ। ਮੈਂ ਅੱਖਾਂ ਖੋਲ੍ਹੀਆਂ। ਮੇਰਾ ਤਰਾਹ ਨਿਕਲ ਗਿਆ। ਕੇਰੂ ਫੇਰ ਬੂਹੇ ਵਿੱਚ ਖੜੋਤਾ ਸੀ। ਐਤਕੀ ਮੇਰੇ ਵੱਲ ਤੱਕ ਰਿਹਾ ਸੀ। ਮੈਂ ਉੱਠ ਕੇ ਬਹਿ ਗਿਆ। ਕਿਉਂ ਸਰਦਾਰ ਜੀ, ਨੀਂਦਰ ਨਹੀਂ ਆਉਂਦੀ? ਉਸ ਪੁੱਛਿਆ। ਓਪਰੇ ਤਾਂ ਮੈਨੂੰ ਘੱਟ ਹੀ ਨੀਂਦ ਆਉਂਦੀ ਏ। ਨਾਲੇ ਵੇਂਦਾ ਸਾਂ ਮੀਂਹ ਕਿੰਨਾ ਕੁ ਪੈ ਰਿਹਾ ਹੈ। ਪਰ ਤੁਸੀਂ ਕੇਰ ਸਿੰਘ ਜੀ ਕਿਉਂ ਅਜੇ ਤੱਕ ਨਹੀਂ ਸੁੱਤੇ? ਮੈਂ ਆਪਣਾ ਡਰ ਛੁਪਾਉਣ ਲਈ ਪੁੱਛਿਆ। ਮੈਂ ਤਾਂ ਸਰਦਾਰ ਜੀ ਅੱਜ ਸੌਣਾ ਹੀ ਨਹੀਂ। ਮੈਨੂੰ ਕੁੜੀ ਦੇ ਟਰੰਕ ਦਾ ਖਿਆਲ ਆਇਆ। ਜੇ ਨਾ ਲਿਆਂਦਾ ਹੁੰਦਾ ਸਾਨੂੰ ਕਿਸੇ ਨੇ ਕੀ ਆਖਣਾ ਸੀ। ਉਹ ਕਿਉਂ? ਤੁਸੀਂ ਅੱਜ ਕਿਉਂ ਨਹੀਂ ਸੌਣਾ? ਮੈਂ ਪੁੱਛਿਆ। ਅੱਜ ਮੇਰੇ ਘਰ ਇੱਕ ਬੜੀ ਮਹਿੰਗੀ ਇਮਾਨਤ ਏ। ਮੈਂ ਦੁਸ਼ਮਣਦਾਰ ਆਦਮੀ ਹਾਂ। ਜੇ ਮੇਰੇ ਘਰ ਵਿੱਚ ਤੁਹਾਨੂੰ ਕੋਈ ਹਰਜ ਹੋ ਜਾਏ, ਮੈਂ ਕਿਹੜੇ ਮੂੰਹ ਜੀਵਾਂਗਾ? ਉਹਦੀ ਆਵਾਜ਼ ਵਿੱਚ ਸੱਚਾਈ ਦੀ ਠਣਕ ਸੀ। ਤੁਸੀਂ ਕਿੱਡੇ ਚੰਗੇ ਹੋ ਕੇਰ ਸਿੰਘ ਜੀ, ਪਰ ਮਨ ਵਿੱਚ ਉਹਦੀ 10 ਨੰਬਰੀ ਸ਼ੋਹਰਤ ਨਾਲ ਮੈਂ ਉਹਦਾ ਰਵੱਈਆ ਮੇਲ ਰਿਹਾ ਸਾਂ। ਚੰਗਾ ਜਿਹੜਾ ਮੈਂ ਹਾਂ ਜੱਗ ਜਾਣਦਾ ਹੈ, ਪਰ ਅੱਜ ਆਪਣੇ ਮਹਿਮਾਨ ਦੇ ਇੱਕ ਵਾਲ ਤੋਂ ਜਾਨ ਲੜਾ ਦੇਣਾ ਮੇਰਾ ਧਰਮ ਹੈ। ਬੜਾ ਬੱਦਲ ਲਿਸ਼ਕਿਆ। ਕਿਹੋ ਜਿਹਾ ਸ਼ਾਨਦਾਰ ਉਹਦਾ ਜੁੱਸਾ। ਮਨ ਵਿੱਚ ਮੈਂ ਆਖਿਆ, ਜਿਹਦਾ ਇਹ ਆਦਮੀ ਯਾਰ ਹੋਵੇ। ਤੇ ਉੱਚੀ ਮੇਰੇ ਮੂੰਹੋਂ ਨਿਕਲਿਆ, ਜੇ ਕੇਰ ਸਿੰਘ ਜੀ ਤੁਸਾਂ ਅੱਜ ਸੌਣਾ ਨਹੀਂ ਤਾਂ ਆ ਜਾਓ ਅੰਦਰ, ਇਕੱਠੇ ਹੀ ਜਾਗੀਏ। ਉਹ ਅੰਦਰ ਆ ਗਿਆ, ਪਰ ਮਾਤਾ ਜੀ ਸੁੱਤੇ ਪਏ ਨੇ। ਇਹਨਾਂ ਦਾ ਤੁਸੀਂ ਫਿਕਰ ਨਾ ਕਰੋ।
ਪਹਿਲੇ ਵੇਲੇ ਜਦੋਂ ਇਹਨਾਂ ਦੀ ਅੱਖ ਲੱਗ ਜਾਏ ਫਿਰ ਗੱਲਾਂ ਤਾਂ ਕੀ, ਕੋਈ ਧਮ ਧਮਾਕਾ ਵੀ ਇਹਨਾਂ ਨੂੰ ਜਗਾ ਨਹੀਂ ਸਕਦਾ। ਮੁਸਕਰਾ ਕੇ ਉਹ ਮੇਰੇ ਨਾਲ ਮੰਜੇ ਉੱਤੇ ਬਹਿ ਗਿਆ। ਉਹਦੇ ਸਾਹਮਣੇ ਕਿੱਲੀ ਨਾਲ ਟੰਗੀ ਹੱਥ ਬੱਤੀ ਬਲ ਰਹੀ ਸੀ। ਸੁਣਾਓ ਕੇਰ ਸਿੰਘ ਜੀ, ਮੈਂ ਆਖਿਆ। ਕੋਈ ਆਪਣੀ ਜ਼ਿੰਦਗੀ ਦੀ ਘਟਨਾ? ਕਾਹਦੀ ਮੇਰੀ ਜ਼ਿੰਦਗੀ? ਉਸ ਹੌਕਾ ਭਰ ਕੇ ਆਖਿਆ। ਜ਼ੋਰ ਜ਼ਬਰ ਦਾ ਖੂਨੀ ਹੰਗਾਮਾ ਏ, ਸ਼ਰਮ ਆਵੇ ਸੁਣਾਉਂਦਿਆਂ। ਹਾਂ ਬੰਸੋ, ਮੇਰੀ ਘਰਵਾਲੀ ਦੀ ਕਹਾਣੀ ਏ ਜਿਹੜੀ ਸੁਣਾਉਣ ਨੂੰ ਮੇਰਾ ਜੀ ਔੜਦਾ ਰਹਿੰਦਾ ਏ। ਉਹੀ ਸੁਣਾਓ, ਆਪਣੀ ਵੀ ਸੁਣਾਓ, ਸ਼ਰਮਾਓ ਨਾ। ਕਈ ਵਾਰ ਸਾਡੀ ਜ਼ਿੰਦਗੀ ਸਾਡੇ ਆਪਣੇ ਇਰਾਦਿਆਂ ਦੀ ਤਸਵੀਰ ਨਹੀਂ ਹੁੰਦੀ, ਸਾਡੇ ਆਲੇ ਦੁਆਲਿਓਂ ਪੈਦਾ ਹੋਈ ਮਜਬੂਰੀ ਹੁੰਦੀ ਏ। ਮੈਂ ਕੇਰੂ ਨੂੰ ਪਵਾਉਣ ਤੋਂ ਅਗਾਹ ਹੋ ਕੇ ਬੈਠਣ ਲਈ ਆਖਿਆ। ਮੇਰੇ ਕਿੱਸੇ ਤੁਸੀਂ ਕਈ ਸੁਣੇ ਹੋਣਗੇ। 100 ਵਿਗੇ ਬਾਪੂ ਦੀ ਜ਼ਮੀਨ ਸੀ, ਭਰਾ 2 ਹੀ ਹਾਂ, ਕੰਮ ਕਦੇ ਕੀਤਾ ਨਾ, 8ਵੀਂ ਉੱਠ ਬੈਠਾ। ਸੇਪੀਆਂ ਮਜਾਰਿਆਂ ਦੀ ਮੁਟਿਆਰ, ਜਿਹੜੀ ਚੰਗੀ ਲੱਗੀ ਉਹਨੂੰ ਚੰਗਿਆਂ ਰਹਿਣ ਨਾ ਦਿੱਤਾ। ਹੱਡ ਪੈਰ ਨਰੋਏ ਸਨ, ਭਲਵਾਨ ਆ ਕੇ ਲੋਕਾਂ ਨੇ ਭੂਏ ਚਾੜ ਦਿੱਤਾ। ਫੇਰ ਸਰਦਾਰ ਜੀ ਮੈਂ ਕੀ ਨਹੀਂ ਕੀਤਾ। ਪੈਂਚ ਸਾਡਾ ਚੰਗਾ ਸੀ ਪਰ ਟੋਕਦਾ ਬਹੁਤ ਸੀ। ਗੁੱਸਾ ਲੱਗਾ, ਦਿਨ ਦੀਵੀਂ ਵੱਢ ਸੁੱਟਿਆ। ਗਵਾਹੀ ਕਿਹਦੀ ਮਜਾਲ ਸੀ ਦਿੰਦਾ। 10 ਵਰੇ ਕੈਦ ਹੋਈ, ਕੱਟ ਕੇ ਛੁੱਟ ਆਇਆ। ਤੇ ਜੇ ਬੰਸੋ ਕਿਤੋਂ ਰੱਬੋਂ ਉੱਡ ਕੇ ਮੇਰੇ ਘਰ ਨਾ ਆ ਜਾਂਦੀ ਤਾਂ ਪਤਾ ਨਹੀਂ ਕੌਣ ਮੇਰੇ ਹੱਥੋਂ ਮੋਇਆ ਹੁੰਦਾ, ਜਾਂ ਕਿਹਦੇ ਹੱਥੋਂ ਮੇਰਾ ਢਿੱਡ ਪਾਟ ਗਿਆ ਹੁੰਦਾ। ਇਹ ਕਹਿੰਦਾ ਉੱਠ ਕੇ ਉਹ ਡੰਗਰਾਂ ਵਾਲੇ ਕੋਠੇ ਵੱਲ ਚਲਾ ਗਿਆ ਤੇ ਮੁੜ ਕੇ ਚੰਗੀ ਤਰ੍ਹਾਂ ਬਹਿ ਕੇ ਉਸ ਗੱਲ ਸ਼ੁਰੂ ਕੀਤੀ। ਇਹ ਬੰਸੋ ਮੇਰੀ ਘਰ ਵਾਲੀ ਮੁਸਲਮਾਨ ਲੋਹਾਰਾਂ ਦੀ ਧੀ ਏ। ਇਹ ਨੈਤੀ ਇਹਦਾ ਨਾਂ ਸੀ। ਪਿੰਡ ਇਹਨਾਂ ਦਾ ਸ਼ਹਿਰ ਦੇ ਨੇੜੇ ਸੀ। ਜਦੋਂ ਇਹਨੂੰ ਜਵਾਨੀ ਆਈ, ਪਿੰਡ ਵਿੱਚ ਗੋਗਾ ਮੱਚ ਗਿਆ। ਇਹਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਕਈ ਅੱਖਾਂ ਤਾੜੇ ਲੱਗੀਆਂ ਰਹਿੰਦੀਆਂ। ਲੰਬੜਾਂ ਦਾ ਛੋਟਾ ਤਾਂ ਸ਼ੁਦਾਈ ਹੋਇਆ ਫਿਰਦਾ ਸੀ, ਸੋਹਣਾ ਉਹ ਵੀ ਦਰਸ਼ਨੀ ਸੀ। ਅਨੈਤੀ ਦੇ ਪਿਓ ਨੇ ਤੰਗ ਆ ਕੇ ਇਹਨੂੰ ਮੰਗ ਦਿੱਤਾ, ਪਰ ਸਾਕ ਐਵੇਂ ਕਿਵੇਂ ਹੀ ਢੂੰਡਿਆ। ਦੁਹਾਜੂ ਮਾਰੜਾ ਜਿਹਾ, ਕਹਿੰਦੇ ਨੇ 200-250 ਲੈ ਲਿਆ ਸਾਸੂ। ਅਨੈਤੀ ਦੇ ਅੰਦਰ ਕੋਈ ਤੂਫਾਨ ਉੱਠਿਆ ਹੋਇਆ ਸੀ। ਪਿਓ ਉੱਤੇ ਬੜਾ ਗੁੱਸਾ ਚੜਿਆ। 250 ਰੁਪਈਆ ਮੈਨੂੰ ਵਿਆਹੁੰਦਾ ਖਾ ਕਿਸੇ ਬੰਦੇ ਨਾਲ, ਜੇ 2500 ਇਹਦੇ ਹੱਥ ਤੇ ਨਾਲ ਲਿਆ ਫੜਾਂਦੀ। ਵਿਆਹ ਦੀ ਹਵਾਈ ਉੱਡੀ। 2 ਦਿਨ ਅਨੈਤੀ ਨੇ ਕੁਛ ਨਾ ਖਾਧਾ। ਤੀਜੇ ਦਿਨ ਲੰਬੜਾਂ ਦਾ ਕੈਲਾ ਕਿਤੇ ਟੱਕਰ ਪਿਆ। ਬੜੇ ਤਰਲੇ ਕੱਢਣ ਲੱਗਾ। ਅਨੈਤੀ ਸਿੱਧਾ ਨੱਕ ਫੜਨ ਵਾਲੀ ਕੁੜੀ ਸੀ। ਕੈਲਿਆ ਸੱਚੀ ਦੱਸ, ਕੋਈ ਪਿਆਰ ਉੱਠਿਆ ਹੈ ਕਿ ਐਵੇਂ ਕਮੀਨਾ ਦੀ ਕੁੜੀ ਨਾਲ ਟੱਕਰਾਂ ਮਾਰਨ ਲਈ ਆਫਰਿਆ ਫਿਰਨਾ ਏ? ਕੈਲੇ ਨੇ ਕਈ ਵਾਰੀ ਢਾਣੀ ਵਿੱਚ ਸ਼ੇਖੀ ਮਾਰੀ ਸੀ, ਮੇਰੀ ਲੋਹਾਰੀ ਨਾਲ ਦੁਨੀਆ ਦੀ ਕੋਈ ਜੱਟੀ ਖਿਲਾਰ ਲਵੋ। ਫੇਰ ਕੈਲਿਆ, ਤੂੰ ਤੋਲ ਲੈ ਆਪਣਾ ਪਾਸਾ, ਮੈਂ ਤਿਆਰ ਹੂੰ, ਪਰ ਕਰਨੀ ਛੇਤੀ ਹੋਊਗੀ। ਵਿਆਹ ਦੀਆਂ ਗੱਲਾਂ ਪਈਆਂ ਹੁੰਦੀਆਂ ਨਹੀਂ। ਜੰਜ ਨੇ ਅੱਜ ਆਉਣਾ ਸੀ। ਪਿੰਡ ਵਿੱਚ ਦਿਨ ਚੜ੍ਹਦਿਆਂ ਹੀ ਵਾਰ ਪੈ ਗਈ ਕਿ ਨੈਤੀ ਕੈਲੇ ਨਾਲ ਨੱਸ ਗਈ। ਕੈਲੇ ਦੇ ਭਰਾ ਬੜੇ ਰਾਣੀ ਖਾਂ ਜੰਮੇ ਸਨ। ਉਹਦੀ ਕੁੜਮਾਈ ਉਹਨਾਂ ਕਿਸੇ ਕੜੇ ਕਪਤਾਨ ਦੇ ਘਰ ਕੀਤੀ ਹੋਈ ਸੀ। ਆਖਣ ਭਾਵੇਂ ਦੋਵੇਂ ਨਾ ਮਾਰਨੇ ਪੈਣ, ਘਰ ਨੂੰ ਕਲੰਕ ਨਹੀਂ ਲੱਗਣ ਦੇਣਾ। ਕੈਲੇ ਨੇ ਭਰਾਵਾਂ ਨੂੰ ਕਿਤੋਂ ਸੁਨੇਹਾ ਕਲਵਾਇਆ ਕਿ ਉਹ ਆਪਣਾ ਹਿੱਸਾ ਛੱਡ ਦੇਵੇਗਾ, ਦੂਰ ਦਰਾਡੇ ਚਲਾ ਜਾਵੇਗਾ, ਪਰ ਭਰਾਵਾਂ ਨੇ ਡਰਾਵੇ ਉੱਤੇ ਡਰਾਵਾ ਸੁੱਟਿਆ। ਕੁਝ ਮਹੀਨੇ ਖੁਆਰ ਹੋ ਕੇ ਉਹ ਮੇਰੇ ਕੋਲ ਆ ਗਿਆ। ਮੈਂ ਉਹਨੂੰ ਦਿਲਾਸਾ ਦਿੱਤਾ ਕਿ ਉਹਦੀ ਵਾਹ ਵੱਲ ਕੋਈ ਨਾ ਤੱਕੇ, ਪਰ ਉਹ ਹਾਰ ਚੁੱਕਾ ਹੋਇਆ ਸੀ। ਉਸ ਮੈਨੂੰ ਦੱਸਿਆ ਕਿ ਉਹਦੇ ਭਰਾ ਬੜੇ ਡਾਢੇ ਨੇ, ਉਹਨਾਂ ਕਿਤੇ ਉਹਨੂੰ ਵਸਣ ਨਹੀਂ ਦੇਣਾ। ਜਿਹੜੇ ਰੁਪਈਏ ਉਹ ਨਾਲ ਲਿਆਇਆ ਸੀ ਉਹ ਮੁੱਕ ਗਏ ਸਨ। ਉਹ ਅਨੈਤੀ ਨੂੰ ਕਿਸੇ ਚੰਗੇ ਆਦਮੀ ਦੇ ਹਵਾਲੇ ਕਰਕੇ ਕੁਝ ਲੈਣਾ ਚਾਹੁੰਦਾ ਸੀ। ਅਨੈਤੀ ਪਹਿਲੀ ਨਜ਼ਰ ਹੀ ਮੈਨੂੰ ਚੰਗੀ ਲੱਗ ਗਈ ਸੀ। 500 ਉਸ ਸੁਣਾਇਆ, ਮੈਂ ਮੰਨ ਗਿਆ, ਪਰ ਉਸ ਤਾਕੀਦ ਕੀਤੀ ਕਿ ਜਿੰਨਾ ਚਿਰ ਉਹ ਆਪ ਨਾ ਆਖੇ ਮੈਂ ਅਨੈਤੀ ਨੂੰ ਪਤਾ ਨਾ ਲੱਗਣ ਦਿਆਂ। ਅਨੈਤੀ ਨੂੰ ਕਿਸੇ ਤਰ੍ਹਾਂ ਭਿਣਕ ਪੈ ਗਈ ਕਿ ਕੈਲਾ ਉਹਨੂੰ ਵੇਚੂ ਸੀ। ਉਹ ਮੂੰਹ ਚਰਾਂਦਾ ਸੀ, ਪਰ ਅਨੈਤੀ ਨੇ ਇੱਕ ਦਿਨ ਫੜ ਕੇ ਕੋਲ ਬਿਠਾ ਲਿਆ। ਕੈਲਿਆ, ਮੈਂ ਸਭ ਕੁਝ ਸਮਝਣੀ ਆ, ਤੇਰੇ ਨਾਲ ਗੁੱਸੇ ਵੀ ਨਹੀਂ, ਪਰ ਜੇ ਤੂੰ ਮੈਨੂੰ ਰੱਖ ਨਾ ਸਕੇ, ਮੈਨੂੰ ਸੁੱਟੀ ਨਾ, ਮੈਨੂੰ ਆਪਣੇ ਹੱਥੀਂ ਮਾਰ ਦੇਈਂ। ਮੈਂ ਅਨੈਤੀ ਨੂੰ ਮਾਰ ਦਿਆਂ? ਤੂੰ ਆਖ, ਮੈਂ ਆਪੇ ਮਰ ਜਾਵਾਂਗੀ। ਪਰ ਤੂੰ ਮਰੇ ਕਿਉਂ ਨਾ ਕਿਸੇ ਦਾ ਘਰ ਆਬਾਦ ਕਰੇ ਤੇ ਇਹਨਾਂ ਜ਼ਾਲਮ ਭਰਾਵਾਂ ਕੋਲੋਂ ਦੂਰ ਬਾਹਰ ਵਿੱਚ ਜਾ ਕੇ ਮੈਂ ਕੋਈ ਕੰਮ ਕਰਾਂ। ਹੁਣ ਮੇਰੇ ਕੋਲ ਤੈਨੂੰ ਪਤਾ ਹੈ 10 ਛਿੱਲੜ ਬਾਕੀ ਨਹੀਂ ਰਹੇ, ਤਾਂ ਤੂੰ ਮੇਰੇ ਪੈਸੇ ਵੱਟਣਾ ਚਾਹਨਾ ਹੈ। ਪਰ ਕੈਲੇ ਨੇ ਜਦੋਂ ਅੱਖਾਂ ਚੁੱਕ ਕੇ ਤੱਕਿਆ ਤਾਂ ਅਨੈਤੀ ਦੇ ਮੂੰਹ ਤੇ ਕੋਈ ਗੁੱਸਾ ਨਹੀਂ ਸੀ। ਇਉਂ ਨਾ ਆਖ ਅਨੈਤੀਏ, ਪਰ ਕਿਸੇ ਦੋਸਤ ਦੇ ਹਵਾਲੇ ਤੈਨੂੰ ਕਰਕੇ ਕੁਝ ਖਰਚ ਲਈ ਲੈ ਜਾਣਾ ਚਾਹੁੰਦਾ ਹਾਂ। ਉਹਨੂੰ ਜਦੋਂ ਹੋਇਆ ਮੋੜ ਦਿਆਂਗਾ। ਚੰਗਾ ਕੈਲਿਆ, ਤੂੰ ਬੇਸ਼ੱਕ ਮੇਰੇ ਪੈਸੇ ਵੱਟ ਲੈ, ਮੈਂ ਤੈਨੂੰ ਪਿਆਰ ਕੀਤਾ ਹੈ, ਤੇਰਾ ਕੁਝ ਸਵਾਰ ਕੇ ਮੈਂ ਰਾਜੀ ਹੋਵਾਂਗੀ, ਪਰ ਇੱਕ ਗੱਲ ਮੇਰੀ ਮੰਨ, ਮੇਰਾ ਗਾਹਕ ਮੈਨੂੰ ਵਿਖਾ ਦੇਈਂ, ਤੇ ਜੇ ਉਹ ਮੈਨੂੰ ਨਾ ਜਚਿਆ ਤਾਂ ਕਾਹਲੀ ਨਾ ਕਰੀਂ, ਤੈਨੂੰ ਬਹੁਤਾ ਉਡੀਕਣਾ ਨਹੀਂ ਪਵੇਗਾ। ਕੈਲੇ ਨੇ ਅਨੈਤੀ ਦੇ ਹੱਥ ਫੜ ਲਏ। ਨੈਤੀਏ, ਕੁਰਬਾਨ ਜਾਵਾਂ ਤੈਥੋਂ, ਸੱਚੀ ਮੈਂ ਤੇਰੇ ਲਾਇਕ ਨਹੀਂ ਸਾਂ। ਜੇਕਰ ਤੂੰ ਆਖੇ ਸ਼ਾਮੀ ਮੈਂ ਉਹਨੂੰ ਤੇਰੇ ਕੋਲ ਲਿਆਵਾਂਗਾ। ਕਦੇ ਕਿਸੇ ਹਾਕਮ ਸਾਹਮਣੇ ਹੁੰਦਿਆਂ ਮੈਂ ਝੁਕਿਆ ਨਹੀਂ। ਅੱਜ ਅਨੈਤੀ ਦੇ ਸਾਹਮਣੇ ਹੁੰਦਿਆਂ ਮੇਰੇ ਪੈਰ ਥਿਰਕਦੇ ਸਨ। ਫਾਂਸੀ ਦਾ ਫੈਸਲਾ ਸੁਣਨੋਂ ਮੈਂ ਘਬਰਾਇਆ ਨਹੀਂ, ਪਰ ਅਨੈਤੀ ਦਾ ਫੈਸਲਾ ਸੁਣਨੋਂ ਕੰਬ ਰਿਹਾ ਸਾਂ। ਕੇਰੂ ਦੀ ਜਿੱਦ ਅੱਗੇ
ਸੜਾ ਸਾਊ ਨਾ ਕਦੇ ਖਲੋਤਾ। ਅੱਜ ਲੁਹਾਰੀ ਕੁੜੀ ਕੋਲੋਂ ਸੁਣਨਾ ਸੀ ਕਿ ਉਹਨੂੰ ਮਨਜ਼ੂਰ ਹਾਂ ਕਿ ਨਹੀਂ। ਜਦੋਂ ਅਸੀਂ ਅੰਦਰ ਵੜੇ, ਅਨੈਤੀ ਮੇਰੇ ਘਰ ਦੇ ਕੋਠੇ ਵਿੱਚ ਮੰਜੇ ਤੇ ਬੈਠੀ ਸੀ। ਅਸੀਂ ਉਹਦੇ ਸਾਹਮਣੇ ਮੰਜੇ ਤੇ ਬਹਿ ਗਏ। ਮੈਂ ਜਿਹੜਾ ਅੱਖਾਂ ਨਾਲ ਤੱਕ ਕੇ ਕੁੜੀਆਂ ਰਵਾ ਛੱਡਦਾ ਸਾਂ, ਅੱਜ ਅੱਖ ਚੁੱਕ ਕੇ ਇਸ ਕੁੜੀ ਵੱਲ ਵੇਖ ਨਹੀਂ ਸਾਂ ਸਕਦਾ। ਅਸੀਂ ਦੋਵੇਂ ਚੁੱਪ ਬੈਠੇ ਰਹੇ। ਉੜ ਕੇ ਨੈਤੀ ਬੋਲੀ, ਕਿਉਂ ਕਹਿ ਲਿਆ, ਇਹੀ ਤੇਰਾ ਚੰਗਾ ਯਾਰ ਏ? ਹਾਂ ਨੈਤੀਏ, ਇਹਨੂੰ ਮੈਂ ਆਪਣੇ ਨਾਲੋਂ ਵਧੇਰੇ ਤੇਰੇ ਲਾਇਕ ਸਮਝਣਾ ਵਾਂ, ਪਰ ਇਹਦੇ ਮਾਪੇ ਤਾਂ ਸੁਣਿਆ ਏ ਬਰਾਦਰੀ ਵਿੱਚ ਇਹਦਾ ਵਿਆਹ ਕਰੂ ਫਿਰਦੇ ਨੇ। ਇਸ ਬੋਲ ਵਿੱਚ ਨਾ ਮਨਜ਼ੂਰੀ ਨਹੀਂ ਸੀ। ਮੈਂ ਅੱਖਾਂ ਚੁੱਕ ਕੇ ਵੇਖਿਆ। ਪਤਲੇ ਖਾਕੀ ਖੱਦਰ ਦਾ ਸੂਟ ਉਸ ਪਾਇਆ ਹੋਇਆ ਸੀ। ਦਰਜੀ ਕਿਸੇ ਨੇ ਸੀਤਾ ਕੰਨ ਨੂੰ ਉਹਦੇ ਅੰਗਾਂ ਦੁਆਲੇ ਢਾਲਿਆ ਜਾਪਦਾ ਸੀ। ਹੱਥੀਂ ਸੋਨੇ ਦੀ ਇੱਕ ਇੱਕ ਵੰਗ, ਸਿਰ ਤੇ ਮੋਟੀ ਮਲਮਲ ਦੀ ਗੁਲਾਬੀ ਚੁੰਨੀ। ਮਲਕਾ ਮੈਂ ਕੋਈ ਵੇਖੀ ਨਹੀਂ, ਪਰ ਇੱਕ ਮਲਕਾ ਦਾ ਸੁਪਨਾ ਮੈਨੂੰ ਕਦੇ ਕਦੇ ਆਉਂਦਾ ਸੀ। ਕੱਪੜੇ ਉਹਦੇ ਗੱਲ ਵੱਖਰੇ ਹੁੰਦੇ ਸਨ, ਪਰ ਚਿਹਰਾ ਮੁਰਾ ਇਹਦੇ ਵਰਗਾ ਹੀ ਹੁੰਦਾ ਸੀ। ਮੈਂ ਹੌਸਲਾ ਕਰਕੇ ਬੋਲਿਆ, ਹਾਂ ਨੈਤੀਏ, ਇੱਕ ਵਾਰੀ ਨਹੀਂ 20 ਵਾਰੀ ਮੇਰੇ ਵਿਆਹ ਦੀ ਗੱਲ ਹੋਈ ਤੇ ਮੁੱਕੀ। ਖੇ ਭਾਵੇਂ ਮੈਂ ਕਿਸੇ ਇਹੋ ਜਿਹੀ ਕੁੜੀ ਨਾਲ ਖਾ ਲਈ ਹੋਵੇ, ਪਰ ਵਿਆਹ ਮੈਂ ਉਹਦੇ ਨਾਲ ਹੀ ਕਰ ਸਕਣਾ ਜਿਹਦੀ ਅੱਖ ਵਿੱਚ ਅੱਖ ਭਰ ਕੇ ਮੈਂ ਤੱਕ ਨਾ ਸਕਾਂ। ਤੇ ਕੀ ਮੈਂ ਤੇਰੇ ਇਸ ਮੇਚੀ ਉੱਤੇ ਪੂਰੀ ਉਤਰਾਂਗੀ? ਤੂੰ ਆਪ ਵੇਖ ਲੈ, ਮੈਂ ਤੱਕਿਆ ਏ ਕਈ ਵਾਰ ਤੇਰੇ ਵੱਲ। ਮੇਰੀਆਂ ਅੱਖਾਂ ਨੀਵੀਆਂ ਹੋ ਗਈਆਂ ਨੇ। ਚੰਗਾ, ਤੁਸੀਂ ਦੋਵੇਂ ਯਾਰ ਆਪੋ ਵਿੱਚ ਨਿਬੇੜਾ ਕਰ ਲਓ, ਮੈਂ ਰਾਜੀ ਹਾਂ, ਜਿਵੇਂ ਆਖੋਗੇ। ਕੈਲਾ ਉੱਠ ਖਲੋਤਾ, ਪਰ ਮੇਰੇ ਬੁੱਲਾਂ ਤੇ ਇੱਕ ਗੱਲ ਆਈ ਹੋਈ ਸੀ। ਦਲੇਰੀ ਕਰਕੇ ਮੂੰਹੋਂ ਕੱਢ ਹੀ ਦਿੱਤੀ, ਪਰ ਅਨੈਤੀਏ, ਕੈਲੇ ਨੇ ਤੈਨੂੰ ਦੱਸ ਹੀ ਦਿੱਤਾ ਹੋਵੇਗਾ ਮੈਂ 10 ਨੰਬਰੀਆ ਬਦਮਾਸ਼ ਹਾਂ। ਫਿਰ ਮੈਥੋਂ ਖੜੋਤਾ ਨਾ ਰਿਹਾ ਗਿਆ। ਮੈਂ ਬਹਿ ਗਿਆ। ਦਿਲ ਮੇਰਾ ਧੱਕ ਧੱਕ ਕਰਦਾ ਤੇ ਅੱਖਾਂ ਮੇਰੀਆਂ ਨੈਤੀ ਦੇ ਬੁੱਲਾਂ ਉੱਤੇ ਜੁੜ ਗਈਆਂ। ਕੈਲੇ ਨੇ ਮੈਨੂੰ ਨਹੀਂ ਦੱਸਿਆ, ਪਰ ਆਈ ਗਈ ਮੈਨੂੰ ਬੜਾ ਕੁਝ ਦੱਸ ਗਈ ਏ। ਵਿੱਚ ਵਿੱਚ ਕਈ ਕਹਿੰਦੀਆਂ ਸਨ ਤੇ ਮੈਨੂੰ ਆਪੇ ਵੀ ਦਿਸਦਾ ਤੂੰ ਬੰਦਾ ਮਾੜਾ ਨਹੀਂ। ਦੂਜੇ ਦਿਨ ਕੈਲੇ ਨੇ ਬਾਹਰ ਜਾਣ ਦੀ ਤਿਆਰੀ ਕਰ ਲਈ। ਨੈਤੀ ਨੇ ਚੂੜੀਆਂ ਲਾ ਕੇ ਉਹਨੂੰ ਦੇ ਦਿੱਤੀਆਂ। ਉਹ ਆਪਣੀ ਭਾਬੀ ਦੀਆਂ ਚੁਰਾ ਲਿਆਇਆ ਸੀ। ਕੈਲਾ ਮੰਨੇ ਨਾ, ਪਰ ਨੈਤੀ ਨੇ ਦੱਸਿਆ, ਸਿਰਫ ਤੇਰੀ ਖੁਸ਼ੀ ਲਈ ਕੈਲਿਆ ਮੈਂ ਇਹ ਪਾਈਆਂ ਸਨ। ਚੂੜੀਆਂ ਆਪਣੇ ਹੱਥੀਂ ਮੈਨੂੰ ਭਾਂਦੀਆਂ ਨਹੀਂ। ਮੇਰੇ ਜ਼ੋਰ ਦੇਣ ਤੇ ਕੈਲੇ ਨੇ ਚੂੜੀਆਂ ਲੈ ਲਈਆਂ। ਗੱਜ ਵੱਜ ਕੇ ਮੈਂ ਆਪਣਾ ਵਿਆਹ ਕੀਤਾ। ਕਿਹੜਾ ਸੀ ਜਿਹੜਾ ਸ਼ਾਮਲ ਨਾ ਹੋਇਆ। ਨੈਤੀ ਦਾ ਨਾਂ ਹਰਬੰਸ ਕੌਰ ਨਿਕਲਿਆ। ਮੈਂ ਉਹਨੂੰ ਬੰਸੋ ਹੀ ਆਖਦਾ ਸਾਂ। 50 ਵਿਗੇ ਮੇਰੇ ਹਿੱਸੇ ਆਉਂਦੇ ਸਨ। ਮੈਂ 20 ਲੈ ਕੇ ਸਭ ਦਾਵਾ ਛੱਡ ਦਿੱਤਾ। ਮੇਰਾ ਭਰਾ ਖੁਸ਼ ਹੋਇਆ। ਹਵੇਲੀ ਵੀ ਮੈਂ ਆਪਣੀ ਜ਼ਮੀਨ ਉੱਤੇ ਪਾ ਲਈ। ਇਸ ਹਵੇਲੀ ਦੀ ਉਸਾਰੀ ਨੇ ਸਾਨੂੰ ਦੋਵਾਂ ਨੂੰ ਇੱਕ ਕਰ ਦਿੱਤਾ। ਛੱਪੜ ਵਿੱਚ ਇੱਟਾਂ ਮੈਂ ਟੁੱਕੀਆਂ, ਸਿਰਾਂ ਤੇ ਅਸੀਂ ਦੋਹਾਂ ਢੋਈਆਂ। ਜਦੋਂ ਛੱਤ ਪੈ ਗਏ, ਅਸਾਂ ਆਪ ਹੀ ਲਿੰਬਿਆ, ਪੋਚਿਆ। ਦੁਤੌਲੇ, ਪਚੌਲੇ, ਜਾਲੀਆਂ, ਕਿੰਗਰੇ ਬੰਸੋ ਨੇ ਹੱਥੀਂ ਬਣਾਏ। ਮੇਰੀ ਦੁਨੀਆ ਦਾ ਹੁਲੀਆ ਬਦਲ ਗਿਆ। ਮੇਰੇ 20 ਵਿਗੇ ਭਰਾ ਦੇ 80 ਨਾਲੋਂ ਟੱਪ ਗਏ। ਉਹਦੇ 3 ਸੇਪੀ, ਮੇਰੀ ਇੱਕ ਬੰਸੋ ਤੇ ਬੰਸੋ ਦਾ ਇੱਕ ਮੈਂ। ਮੇਰੀ ਵਾਹੀ ਦੀਆਂ ਧੁੰਮਾਂ ਪੈ ਗਈਆਂ। ਕਹਿਣ ਸਿਆੜ ਕੱਢਦੇ ਜਿਉਂ ਮੁੰਡੇ ਡਰੈਂਗ ਦੀ ਕਾਪੀ ਉੱਤੇ ਲਕੀਰਾਂ ਮਾਰਦੇ ਨੇ। ਸਾਡੇ ਘਰੇ ਕਾਕਾ ਆਇਆ। ਬੰਸੋ ਨੇ ਦੀਪਾ ਉਹਦਾ ਨਾਂ ਰੱਖਿਆ। ਸਾਡੇ ਦੋਹਾਂ ਦੀਆਂ ਗਵਾਚੀਆਂ ਹਨੇਰੀਆਂ ਜ਼ਿੰਦਗੀਆਂ ਦਾ ਦੀਵਾ। ਉਹ ਰੋਜ਼ ਦੀਪੇ ਨੂੰ ਸ਼ਾਹ ਵੇਲੇ ਮੇਰੇ ਕੋਲ ਲੈ ਕੇ ਆਉਂਦੀ। ਕੁੱਛੜ ਦੀਪਾ, ਹੱਥ ਗਲਾਵੇਂ ਵਾਲੀ ਲੱਸੀ ਦੀ ਵਲਟੋਹੀ, ਸਿਰ ਉੱਤੇ ਪਿੜੀਆਂ ਵਾਲੇ ਪੋਣੇ ਵਿੱਚ ਬੱਧਾ ਰੋਟੀ ਦਾ ਛਿੱਕੂ। ਕਦੇ ਸੱਸੀ ਪੁੰਨੂ ਨੂੰ ਇਉਂ ਮਿਲ ਨਹੀਂ ਆਈ ਹੋਣੀ, ਨਾ ਹੀਰ ਨੇ ਰਾਂਝਣ ਲਈ ਇਉਂ ਵਾਲ ਵਾਹੇ ਤੇ ਕੱਪੜੇ ਮਟਕਾਏ ਹੋਣਗੇ ਜਿਉਂ ਮਿੱਟੀ ਨਾਲ ਮਿੱਟੀ ਹੋਏ ਕੇਰੂ ਲਈ ਬੰਸੋ ਲੜਕਦੀ ਮਟਕਦੀ ਸ਼ਾਹ ਵੇਲਾ ਲੈ ਕੇ ਆਉਂਦੀ ਸੀ। ਸ਼ਾਹ ਵੇਲਾ ਮੇਰੀ ਉਡੀਕ ਸੀ, ਮੇਰੀ ਮਿਹਨਤ ਦਾ ਇਨਾਮ ਸੀ। ਇੱਕ ਦਿਨ ਦੂਰੋਂ ਵੇਖ ਕੇ ਮੈਂ ਬੌਲਦ ਥੰਮ ਲਏ। ਕਿੰਨਾ ਚਿਰ ਮੈਂ ਆਪਣੇ ਵੱਲ ਆਉਂਦੀਆਂ ਮਟਕਾਂ ਨੂੰ ਵੇਂਦਾ ਰਿਹਾ। ਕੋਲ ਆਈ ਦੇ ਕੁਛੜੋਂ ਦੀਪਾ ਫੜ ਕੇ ਮੈਂ ਚੁੰਮ ਲਿਆ। ਛਿੱਕੂ ਤੇ ਬਲਟੋਈ ਭੋਏ ਧਰ ਕੇ ਉਸਨੇ ਵੀ ਦੀਪੇ ਨੂੰ ਉਸੇ ਤਰ੍ਹਾਂ ਚੁੰਮਿਆ। ਅਸੀਂ ਦੋਵੇਂ ਹੱਸ ਪਏ। ਮੱਖਣ ਦਿੱਤਾ, ਦਹੀਂ ਦਿੱਤਾ, ਕੁਝ ਹੋਰ ਵੀ ਦਿੱਤਾ। ਇਸ ਕੁਝ ਦਾ ਮੈਨੂੰ ਕੋਖਿਆਂ ਵੀ ਬਹੁਤਾ ਪਤਾ ਨਹੀਂ ਸੀ ਲੱਗਦਾ। ਬੰਸੋ ਰੋਜ਼ ਕੁਝ ਨਾ ਕੁਝ ਆਪਣੇ ਹੀ ਢੰਗ ਦਾ ਪਕਾ ਲਿਆਉਂਦੀ ਸੀ। ਮੈਂ ਖਾਂਦਾ ਰਿਹਾ। ਉਦੋਂ ਬੜੀ ਨੀਝ ਨਾਲ ਮੇਰੇ ਕੋਲ ਤੱਕਦੀ ਰਹੀ। ਬੰਸੋ, ਤੈਨੂੰ ਸਹੁੰ ਮੇਰੀ, ਦੱਸ ਕੀ ਵੇਂਦੀ ਸੈਂ? ਮੈਂ ਥਾਲੀ ਪੁੰਜੇ ਧਰ ਕੇ ਪੁੱਛਿਆ। ਵੇਂਦੀ ਸਾਂ ਉਹ ਕਿਹੋ ਜਿਹੀ ਮਾਂ ਹੋਵੇਗੀ ਜਿਸ ਇਹੋ ਜਿਹਾ ਮਨੁੱਖ ਜਣਿਆ। ਆਹ ਛਾਤੀ, ਆਹ ਮੋਢੇ ਤੇ ਆਹ ਲੋੜੇ ਵਿੱਚ ਦੀ ਉਹਨਾਂ ਵਿੱਚ ਜਾਣ। ਸਵਾਦ ਜਿਹਾ ਕੋਈ ਸਵਾਦ ਆਇਆ ਮੈਨੂੰ। ਮੈਂ ਫਿਰ ਦੀਪੇ ਨੂੰ ਬਾਹਾਂ ਵਿੱਚ ਵਲੇਟ ਲਿਆ ਤੇ ਬੰਸੋ ਵੱਲ ਤੱਕ ਤੱਕ ਕੇ ਦੀਪੇ ਨੂੰ ਮੈਂ ਇੰਨਾ ਚੁੰਮਿਆ ਕਿ ਉਹ ਛਿੱਥਾ ਪੈ ਕੇ ਰੋ ਪਿਆ। ਬੰਸੋ, ਅੱਜ ਮੈਨੂੰ ਸਮਝ ਆਈ ਏ ਤੂੰ ਕਿਉਂ ਪਹਿਲੀ ਨਜ਼ਰੇ ਮੇਰੇ ਦਿਲ ਵਿੱਚ ਧਸ ਗਈ ਆਂ। ਪਿਓ ਮੈਨੂੰ ਕਦੇ ਚੰਗਾ ਨਹੀਂ ਸੀ ਲੱਗਾ, ਨਾ ਭਰਾ ਤੇ ਨਾ ਆਪਣਾ ਆਪ। ਤਿੰਨੇ ਅਸੀਂ ਇੱਕੋ ਮੁੱਢੀ ਦੇ ਸਕੜੇ ਹਾਂ। ਮੈਂ ਬਦਨਾਮ ਹਾਂ, ਉਹ ਬਦਨਾਮ ਨਹੀਂ। ਪਰ ਮਾਂ ਮੇਰੀ ਬੰਸੋ ਘਰ ਵਿੱਚ ਵੱਖਰੀ ਸੀ। ਜਦੋਂ ਮੈਂ ਦੀਪੇ ਜਿੱਡਾ ਹੋਵਾਂਗਾ ਉਹ ਤੇਰੇ ਜਿੱਡੀ ਹੋਵੇਗੀ।
ਪਰ ਮੈਨੂੰ ਜਦੋਂ ਦੀ ਸੰਭਾਲ ਹੈ ਉਹ ਤੇਰੇ ਨਾਲੋਂ ਵੱਡੀ ਸੀ। ਹੋਰ 8 ਵਰ੍ਹਿਆਂ ਨੂੰ ਤੂੰ ਹੂਬਹੂ ਉਹਦੇ ਵਰਗੀ ਹੋ ਜਾਵੇਂਗੀ। ਬਸ ਇੱਕ ਜਿੰਦ ਸੀ ਮੇਰੀ ਦੁਨੀਆ ਵਿੱਚ ਜਿਹੜੀ ਮੈਨੂੰ ਚੰਗੀ ਲੱਗੀ। ਉਹਨੂੰ ਵੀ ਮੇਰਾ ਪਿਓ ਮਾਰਦਾ ਸੀ। ਜਦੋਂ ਉਹ ਮਰ ਗਈ ਕੁਝ ਵੀ ਦੁਨੀਆ ਵਿੱਚ ਚੰਗਾ ਨਾ ਰਿਹਾ। ਇਸ ਲਈ ਹਰ ਇੱਕ ਨੂੰ ਭੰਨ ਤੋੜ ਦੁਖਾ ਰੁਲਾ ਕੇ ਮੈਨੂੰ ਤਸੱਲੀ ਹੁੰਦੀ ਸੀ। ਬੰਸੋ ਦੀਆਂ ਅੱਖਾਂ ਸਿੱਜ ਗਈਆਂ। ਉਸਨੇ ਦੀਪੇ ਨੂੰ ਗਲ ਨਾਲ ਘੁੱਟ ਲਿਆ। ਕਦੇ ਮੇਰਾ ਦੀਪਾ ਆਪਣੇ ਬਾਪੂ ਵਰਗਾ ਨਿਕਲੇ ਤੇ ਬੰਸੋ ਆਪਣੇ ਭਾਂਡੇ ਸੰਭਲਣ ਲੱਗ ਪਈ। ਬੰਸੋ, ਅੱਜ ਮੇਰਾ ਜੀ ਨਹੀਂ ਕਰਦਾ ਤੂੰ ਜਾਏ, ਪਰ ਮੇਰੀ ਪੈਲੀ ਦਾ ਪੱਤਰ ਧੁੱਪ ਚੱਟਦੀ ਜਾਂਦੀ ਏ। ਸੁਹਾਗਾ ਫੇਰ ਕੇ ਮੈਂ ਆਇਆ ਜਾਣ। ਕੋਈ ਕੰਮ ਤਾੜ ਰੱਖੀ ਜਿਹੜਾ ਘਰ ਕਰੀਏ। ਦੂਜੇ ਪੈਰ ਮੈਂ ਖੇਤਾਂ ਬੰਨੀ ਆਉਣਾ ਨਹੀਂ ਹੋ। ਹਾਂ, ਵਾਣ ਮੈਂ ਲਿਆ ਹੋਇਆ, ਮੰਜੇ ਉਣਾਂਗੇ। ਠੀਕ ਬੰਸੋ, ਮੁੰਜ ਦੀਆਂ ਰੱਸੀਆਂ ਵਿੱਚ ਅਸੀਂ ਆਪਣੇ ਦਿਲਾਂ ਦੀਆਂ ਪਿੜੀਆਂ ਪਾਵਾਂਗੇ। ਪਰ ਜੀਕਰ ਮਿੱਠੇ ਸੁਪਨੇ ਉੱਤੇ ਕੋਈ ਕੋਠਾ ਢਹਿ ਪਵੇ। ਆਂਢ ਗੁਆਂਢ ਮੇਰਾ ਇੱਕਾ ਇੱਕ ਪਾਗਲ ਹੋ ਗਿਆ। ਔਸ਼ੁਰਾ ਖੁੱਭ ਗਿਆ। ਹਮਸਾਏ ਵੈਰੀ ਹੋ ਗਏ। ਧੀ ਭੈਣ ਦਾ ਲਿਹਾਜ਼ ਨਾ ਰਿਹਾ। ਮੇਰਾ ਘਰ ਸ਼ੋਧੇ ਮੁਸਲਮਾਨਾਂ ਦਾ ਕਿਲਾ ਬਣ ਗਿਆ। ਤੁਹਾਨੂੰ ਯਾਦ ਹੋਵੇਗਾ, ਇੱਕ ਮਰਾਸਣ ਕੁੜੀ ਮੈਂ ਤੁਹਾਡੀ ਕੋਠੀ ਪਹੁੰਚਾ ਕੇ ਆਇਆ ਸਾਂ। ਇਹ ਕੁੜੀ ਮੇਰੇ ਭਰਾ ਨੇ ਆਪਣੇ ਘਰ ਪਾ ਲਈ ਸੀ। ਉਹਦੇ ਕੋਲੋਂ ਮੈਂ ਖੋਹ ਤਾਂ ਲਈ, ਪਰ ਉਹ ਭਰਾ ਸੀ, ਇਸ ਲਈ ਕੁੜੀ ਮੈਂ ਤੁਹਾਡੇ ਹਵਾਲੇ ਕਰ ਆਇਆ। ਮੈਨੂੰ ਯਾਦ ਹੈ ਕੇਰ ਸਿੰਘ ਜੀ, ਤੇ ਕਿੰਨੀ ਇੱਜ਼ਤ ਤੁਹਾਡੀ ਮੇਰੇ ਦਿਲ ਵਿੱਚ ਵੱਧ ਗਈ ਸੀ ਉਦੋਂ, ਜਦੋਂ ਬਹੁਤੇ ਲੋਕ ਭੂਤਨੇ ਦਿਸਣ ਲੱਗ ਪਏ ਸਨ। ਮੈਂ ਆਖਿਆ, ਉਹ ਦਿਨ ਵੀ ਲੰਘ ਗਏ ਸਰਦਾਰ ਜੀ। ਕੰਮ, ਕੁਦਰਤ, ਬੰਸੋ ਤੇ ਫਸਲਾਂ ਦੇ ਵਾਲੇ ਵਿੱਚ ਕੁਝ ਸਮਾਂ ਪਾ ਕੇ ਭੁੱਲ ਵੀ ਗਏ। ਮੇਰੀ ਕਿਸੇ ਪੈਲੀ ਵਿੱਚ ਘਾਹ ਦੀ ਤਿੰਨ ਨਹੀਂ ਸੀ ਦਿਖਦੀ। ਸਿੱਧੇ ਸਿਹਾੜਾਂ ਦੀਆਂ ਢੇਮਾਂ ਕਿਸੇ ਚੌਰਸ ਮੈਦਾਨ ਵਿੱਚ ਚੁਣੀਆਂ ਸੋਨੇ ਦੀਆਂ ਚਿਲਾਂ ਟਹਿਕਦੀਆਂ ਸਨ। ਇੱਕ ਦਿਨ ਵੇਖ ਮੈਂ ਫੁੱਲਿਆ ਨਹੀਂ ਸੀ ਸਮਾਂਦਾ ਕਿ ਜਵੰਦੇ ਟਾਂਗੇ ਵਾਲੇ ਦਾ ਮੁੰਡਾ ਸਾਹੋ ਸਾਹ ਹੋਇਆ ਮੇਰੇ ਕੋਲ ਆਇਆ। ਚਾਚਾ, ਚੱਲ ਕਰ ਛੇਤੀ, ਐਸ ਵੇਲੇ ਪੁਲਿਸ ਆਈ ਹੋਈ ਏ। ਤੇ ਚਾਚੀ ਨੂੰ ਉਹਨਾਂ ਟਰੱਕ ਉੱਤੇ ਚਾੜ ਲਿਆ। ਮੇਰੇ ਸਿਰ ਵਿੱਚ ਜੀਕਰ ਕਿਸੇ ਡਾਂਗ ਕੱਢ ਮਾਰੀ ਸੀ। ਹੋਸ਼ ਆਈ, ਮੈਂ ਭੱਜਾ ਗਿਆ। ਸਾਡੀ ਹਵੇਲੀ ਕੋਲ ਸਾਰਾ ਪਿੰਡ ਇਕੱਠਾ ਹੋਇਆ ਸੀ। ਸਾਡੇ ਥਾਣੇ ਦੇ ਚੌਧਰੀ ਸਾਹਿਬ ਤੇ ਇੱਕ ਪਾਕਿਸਤਾਨੀ ਥਾਣੇਦਾਰ ਖੜੇ ਸਨ। ਪਾਕਿਸਤਾਨੀ ਪੁਲਿਸੀਏ ਟਰੱਕ ਵਿੱਚ ਚੜੇ ਸਨ। ਪਿਛਲੀ ਨੁੱਕਰੇ ਬੰਸੋ ਖਲੋਤੀ ਮੈਨੂੰ ਵੇਖ ਕੇ ਹੇਠਾਂ ਛਾਲ ਮਾਰਨ ਲੱਗੀ। ਮੈਂ ਲਲਕਾਰ ਕੇ ਆਖਿਆ, ਨਾ ਬੰਸੋ, ਛਾਲ ਨਾ ਮਾਰੀ। ਇਹਨਾਂ ਦਾ ਪਤੰਦਰ ਵੀ ਤੈਨੂੰ ਹੁਣੇ ਮੇਰੇ ਨਾਲ ਲਿਆ ਕੇ ਖਿਲਾਰੇਗਾ। ਸਾਰੇ ਚੁੱਪ ਵਰਤ ਗਈ। ਜਿਸ ਕਿਸੇ ਨੇ ਮੇਰੇ ਮੂੰਹ ਵੱਲ ਤੱਕਿਆ ਉਹ ਸਹਿਮ ਗਿਆ ਕਿ ਹੁਣੇ ਕੁਝ ਹੋਇਆ। ਪਾਕਿਸਤਾਨੀ ਅਫਸਰ ਨੇ ਪਿਸਤੌਲ ਵੱਲ ਹੱਥ ਕੀਤਾ। ਮੈਂ ਕੜਕਿਆ, ਖਬਰਦਾਰ, ਬੜਾ ਨੇੜੇ ਖੜੋਤਾ ਹੂੰ। ਚੌਧਰੀ ਜੀ, ਇਹਨਾਂ ਨੂੰ ਸਮਝਾ ਲਓ। ਗੋਲੀ ਲੱਗੇ ਕੇਰੂ ਕੋਲੋਂ ਵੀ ਦੋ ਚੌਂ ਦੀ ਸੁੱਖ ਨਹੀਂ। ਮੈਨੂੰ ਗੁੱਸਾ ਇਹ ਨਹੀਂ ਕਿ ਤੁਸੀਂ ਬੰਸੋ ਨੂੰ ਲੈਣ ਆਏ ਹੋ। ਮੇਰਾ ਗੁੱਸਾ ਹੈ ਕਿ ਤੁਸੀਂ ਮੈਨੂੰ ਉਡੀਕਿਆ ਕਿਉਂ ਨਹੀਂ। ਚੌਧਰੀ ਨੇ ਪਾਕਿਸਤਾਨੀ ਅਫਸਰ ਨੂੰ ਆਖਿਆ, ਸ਼ੇਖ ਸਾਹਿਬ, ਮੇਰੀ ਜ਼ਿੰਮੇਵਾਰੀ ਤੇ ਤੁਸੀਂ ਬੰਸੋ ਨੂੰ ਟਰੱਕ ਤੋਂ ਹੇਠਾਂ ਉਤਾਰ ਦਿਓ। ਮੈਂ ਕੇਰੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਸਭ ਨੇ ਸੁੱਖ ਮਨਾਈ, ਬਲਾ ਟਲੀ। ਬੰਸੋ ਮੇਰੇ ਨਾਲ ਆ ਖੜੋਤੀ। ਮੈਂ ਦੀਪੇ ਨੂੰ ਇੱਕ ਵਾਰੀ ਕੁੱਛੜ ਲੈ ਕੇ ਬੰਸੋ ਨੂੰ ਮੋੜ ਦਿੱਤਾ। ਹੁਣ ਦੱਸੋ ਚੌਧਰੀ ਜੀ, ਗੱਲ ਕੀ ਹੈ? ਫਸਾਦਾਂ ਤੋਂ ਪਹਿਲਾਂ ਦੀ ਬੰਸੋ ਮੇਰੇ ਕੋਲ ਹੈ। ਕਿਹਨੂੰ ਨਹੀਂ ਪਤਾ ਕਿ ਤੁਹਾਨੂੰ ਨਹੀਂ ਪਤਾ? ਫਿਰ ਇਹਦੇ ਉੱਤੇ ਪਾਕਿਸਤਾਨੀ ਹੱਕ ਕੀਕਰ ਬਣਿਆ? ਚੌਧਰੀ ਨੇ ਮੈਨੂੰ ਸਮਝਾਇਆ ਕਿ ਇਸ ਵੇਲੇ ਸਾਡੀ ਸਰਕਾਰ ਦਾ ਹੁਕਮ ਇਹੀ ਹੈ ਕਿ ਕਿਸੇ ਤਰ੍ਹਾਂ ਵੀ ਮਾਪਿਆਂ ਦੀ ਮਰਜ਼ੀਓਂ ਬਿਨਾਂ ਪਿੱਛੇ ਰਹੀ ਮੁਸਲਮਾਨੀ ਸਾਨੂੰ ਮੋੜਨੀ ਪਵੇਗੀ। ਫਿਰ ਲੈ ਜਾਓ, ਮੈਂ ਆਖਿਆ, ਪਰ ਯਾਦ ਰੱਖਿਓ, ਦੋਵੇਂ ਸਰਕਾਰਾਂ ਪਛਤਾਣਗੀਆਂ ਇਸ ਘੜੀ ਨੂੰ। ਇੱਕ ਸਰਕਾਰ ਨੇ ਮੈਨੂੰ ਇਲਾਕੇ ਦੀ ਆਫਤ ਬਣਾ ਦਿੱਤਾ ਸੀ। ਇਸ ਬੰਸੋ ਨੇ ਮੈਨੂੰ ਇਲਾਕੇ ਦਾ ਖਿਦਮਤਗਾਰ ਬਣਾਇਆ। ਹੁਣ ਤੁਸੀਂ ਮੈਨੂੰ ਦੋ ਮੁਲਕਾਂ ਦੀ ਆਫਤ ਬਣਾ ਚੱਲੇ ਹੋ। ਜਾ ਬੰਸੋ ਜਾ, ਮਰ ਗਿਆ ਤੇਰਾ ਕੇਹਰ ਸਿੰਘ, ਜੀਉ ਪਿਆ ਮੇਰੇ ਪਿਓ ਦਾ ਕੇਹਰੂ। ਹੁਣ ਵੇਖੀਏ ਦੋਹਾਂ ਸਰਹੱਦਾਂ ਅੰਦਰ ਕੌਣ ਮਰਦਾ ਤੇ ਕੌਣ ਜੀਂਦਾ ਹੈ। ਪਰ ਬੰਸੋ ਨੇ ਦੀਪੇ ਦਾ ਮੂੰਹ ਮੇਰੇ ਮੂੰਹ ਨਾਲ ਲਾ ਦਿੱਤਾ ਤੇ ਬੋਲੀ, ਨਹੀਂ, ਮੇਰੇ ਦੀਪੇ ਦਾ ਬਾਪੂ ਆਫਤ ਨਹੀਂ ਬਣੇਗਾ, ਖਿਦਮਤਗਾਰ ਹੀ ਰਹੇਗਾ। ਮੁਲਕ ਤੇ ਜਗੀਰਾਂ ਲੋਕ ਵੰਡਦੇ ਆਏ, ਲੱਗੇ ਦਿਲ ਅੱਜ ਤੱਕ ਕੋਈ ਨਹੀਂ ਵੰਡ ਸਕਿਆ। ਤੁਸੀਂ ਉਡੀਕੋ, ਬੰਸੋ ਆਈ ਕਿ ਆਈ। ਉਹਦਾ ਇਹ ਮੂੰਹ ਵੇਖ ਕੇ ਮੇਰਾ ਤਾਪ ਲੈ ਗਿਆ। ਅੱਖਾਂ ਚੋਂ ਕਹਿਰ ਉੱਡ ਗਿਆ। ਮੈਂ ਫਿਰ ਬੰਸੋ ਵੱਲ ਉਸੇ ਤਰ੍ਹਾਂ ਤੱਕਿਆ ਜਿਸ ਤਰ੍ਹਾਂ ਚੀਰਨੀਆਂ ਦਿੰਦੀ ਤੇ ਹੇਕਾਂ ਕੱਢਦੀ ਵੱਲ ਮੈਂ ਟੋਕੇ ਦੀ ਹੱਥੀ ਉੱਤੋਂ ਤੱਕਿਆ ਕਰਦਾ ਸਾਂ। ਠੀਕ, ਤੂੰ ਆਵੇਂਗੀ ਬੰਸੋ? ਹਾਂ ਦੀਪੇ ਦਾ ਬਾਪੂ, ਚੰਗਾ ਜਾ, ਮੈਂ ਉਡੀਕਾਂਗਾ। ਪਰ ਲਿਆ ਦੀਪਾ, ਮੈਨੂੰ ਆਪਣੀ ਨਿਸ਼ਾਨੀ ਦੇ ਜਾ। ਨਹੀਂ ਦੀਪੇ ਦਾ ਬਾਪੂ, ਸਾਡੇ 20 ਵਿਗਿਆਂ ਵਿੱਚ ਚੱਪਾ ਭੌਂਦਾ ਨਹੀਂ ਜਿਹਦੇ ਵਿੱਚ ਮੇਰੀ ਨਿਸ਼ਾਨੀ ਨਹੀਂ, ਪਰ ਮੇਰੇ ਕੋਲ ਇਹੋ ਇੱਕ ਦੀਪਾ ਤੁਹਾਡੀ ਨਿਸ਼ਾਨੀ ਹੈ। ਟਰੱਕ ਤੁਰ ਗਿਆ। ਬੰਸੋ ਚੁੱਪ ਖੜੋਤੀ ਰਹੀ। ਮੋੜ ਤੋਂ ਦਿਸਣੋਂ ਹਟ ਗਈ, ਪਰ ਮੈਂ ਉੱਥੇ ਹੀ ਖੜੋਤਾ ਰਿਹਾ। ਚਾਚਾ, ਚੱਲ ਕਰ, ਜਵੰਦੇ ਦੇ ਕਾਕੇ ਨੇ ਮੇਰੀ ਬਾਂਹ ਫੜ ਕੇ ਆਖਿਆ। ਚਾਚੀ ਚਲੀ ਗਈ, ਲੋਕ ਚਲੇ ਗਏ। ਕਾਕੇ ਨੂੰ ਜਵੰਦੇ ਕੋਲੋਂ ਪੁੱਛ ਕੇ ਮੈਂ ਆਪਣੇ ਘਰ ਰੱਖ ਲਿਆ। ਆਪਣੀ ਤੇ ਉਹਦੀ ਰਸਦ ਨੂੰ ਮੈਂ ਜਵੰਦੇ ਦੇ ਘਰ ਪਹੁੰਚਾ ਦਿੱਤਾ। ਕਾਕਾ ਹੀ ਸ਼ਾਹ ਵੇਲਾ ਮੇਰਾ ਲੈ ਆਉਂਦਾ।
ਬੰਸੋ ਨੇ ਠੀਕ ਆਖਿਆ ਸੀ। ਹਰ ਚੱਪੇ ਉੱਤੇ ਉਹਦੀਆਂ ਨਿਸ਼ਾਨੀਆਂ ਸਨ। ਹਰ ਇੱਕ ਟਾਹਲੀ ਹੇਠਾਂ ਬਹਿ ਕੇ ਉਸ ਮੈਨੂੰ ਸ਼ਾਹ ਵੇਲਾ ਖਵਾਇਆ ਸੀ। ਮੇਰੇ ਨਾਲ ਕਣਕਾਂ ਵੱਢੀਆਂ, ਝੋਨਾ ਗੁੱਡਿਆ, ਮਰਚਾਂ ਤੋੜੀਆਂ, ਨਰਮੇ ਚੁਣੇ ਸਨ। ਇੱਕ ਦੋ ਦਿਨ ਮੈਨੂੰ ਉਹਦੇ ਬਾਝੋਂ ਦੁਨੀਆ ਖਾਲੀ ਜਾਪੀ। ਫਿਰ ਉਹਦੇ ਅਖੀਰਲੇ ਬੋਲ ਕੰਨੀ ਵੱਜਣੇ ਸ਼ੁਰੂ ਹੋ ਗਏ, ਤੁਸੀਂ ਉਡੀਕੋ, ਬੰਸੋ ਆਈ ਕਿ ਆਈ, ਉਹ ਆਵੇਗੀ, ਮੇਰਾ ਸਿਮਰਨ ਹੋ ਗਿਆ। ਗੋਰੇ ਤੇ ਚੀਨੇ ਨਾਲ ਮੈਂ ਉਹਦੇ ਆਉਣ ਦੀਆਂ ਗੱਲਾਂ ਕਰਦਾ ਰਹਿੰਦਾ ਸਾਂ। ਉਹਨਾਂ ਦੇ ਗਲ ਟੱਲੀਆਂ ਬੰਸੋ ਲਿਸ਼ਕਾਈ ਰੱਖਦੀ ਸੀ। ਮਤੇ ਆ ਕੇ ਜੰਗਾਲੀਆਂ ਵੇਖ ਮੈਂ ਵੀ ਮਾਂਜਦਾ ਰਹਿੰਦਾ। ਕਿਸੇ ਉੱਚੀ ਲੰਮੀ ਤੀਵੀ ਨੂੰ ਵੇਖ ਕੇ ਮੈਂ ਜੋਗ ਖੜਾ ਲੈਂਦਾ। ਪਰ ਕੌਣ ਸੀ ਉਹਦੇ ਵਾਂਗ ਰੋਜ਼ ਧੋਤੇ ਕੱਪੜੇ ਪਾ ਕੇ ਸ਼ਾਹ ਵੇਲਾ ਲਿਆਉਣ ਵਾਲੀ। ਨੇੜਿਓਂ ਵੇਂਦਿਆਂ ਹੀ ਝੋਲਾ ਉੱਡ ਜਾਂਦਾ। 4 ਮਹੀਨੇ ਬੀਤ ਗਏ। ਘਟਣ ਦੀ ਥਾਂ ਆਸ ਵੱਧਦੀ ਗਈ। ਬੂਹੇ ਦੇ ਹਰ ਖੜਕੇ ਉੱਤੇ ਉਹਦੇ ਆਉਣ ਦੀ ਚੇਟਕ ਹੁੰਦੀ। ਹਰ ਨੱਠਾ ਆਉਂਦਾ ਉਹਦੀ ਸੋਹ ਲਿਆਉਂਦਾ ਜਾਪਦਾ। ਹਰ ਸੁਪਨਾ ਮੈਨੂੰ ਸਵੇਰੇ ਸੜਕ ਤੇ ਜਾ ਬਿਠਾਉਂਦਾ। ਤੱਕਦਾ ਰਹਿੰਦਾ। ਹਰ ਟਾਂਗਾ, ਹਰ ਰਾਹੀ ਦੂਰੋਂ ਉਹੀ ਦਿਸਦਾ। ਡਾਕੀਏ ਕੋਲੋਂ ਮੈਂ ਉਹਦੀ ਚਿੱਠੀ ਮੰਗਦਾ, ਪਰ ਕਿਤੇ ਉਹਦੀ ਵਾਹ ਤੱਕ ਨਾ ਆਈ। ਪੈਲੀਆਂ ਮੈਂ ਸਿੱਧੀਆਂ ਵਾਹੀਆਂ, ਗੋਰਾ ਚੀਨਾ ਮੈਂ ਤਕੜੇ ਕੀਤੇ, ਹਵੇਲੀ ਮੈਂ ਲਿਪਾ ਲਈ, ਖੁਰਲੀਆਂ ਮੈਂ ਪੱਕੀਆਂ ਕਰ ਲਈਆਂ, ਗੱਡੇ ਦੀ ਜੋੜੀ ਨਵੀਂ ਪਵਾ ਲਈ। ਉਹਦੇ ਲਈ ਮੰਜਾ ਢਾ ਕੇ ਮੈਂ ਬਿਸਤਰਾ ਕਰਨਾ ਵੀ ਸ਼ੁਰੂ ਕਰ ਦਿੱਤਾ। ਵੇਖ ਕੇ ਕਾਕੇ ਪੁੱਛਿਆ, ਚਾਚਾ ਅੱਜ ਚਾਚੀ ਨੇ ਆਉਣਾ ਏ? ਇੱਕ ਰਾਤੀ ਮੈਨੂੰ ਨੀਂਦਰ ਨਾ ਆਵੇ। 1:30 ਪਹਿਰ ਰਹਿੰਦਿਆਂ ਚੰਨ ਚੜਿਆ। ਮੈਂ ਜੋਗ ਹਿੱਕ ਖੇਤਾਂ ਵਿੱਚ ਜਾ ਵੜਿਆ। ਸੂਰਜ ਉਗਦੇ ਨੂੰ 2 ਵਿਗੇ ਪੁੱਟ ਸੁੱਟੇ। ਕਈ ਵਾਰੀ ਸੂਰਜ ਚੜ੍ਹਦਿਆਂ ਹੀ ਬੰਸੋ ਅੱਪੜ ਪੈਂਦੀ ਸੀ। ਸੂਰਜ ਚੜ੍ਹਦਾ ਉਹਨੂੰ ਬੜਾ ਚੰਗਾ ਲੱਗਦਾ ਸੀ। ਕਿੰਨਾ ਕਿੰਨਾ ਚਿਰ ਅਸੀਂ ਵਹਿੰਦੇ ਰਹਿੰਦੇ ਸਾਂ। ਅੱਜ ਉਹ ਮੈਨੂੰ ਬੜੀ ਯਾਦ ਆਈ। ਯੋਗ ਪੈਲੀ ਵਿੱਚ ਛੱਡ ਕੇ ਮੈਂ ਬੰਨੇ ਆ ਬੈਠਾ। ਜੀਕਰ ਬੰਸੋ ਕੋਲ ਵੇਂਦਾ ਰਿਹਾ ਕਿ ਕਿਤੇ ਉਹ ਵੀ ਇਸੇ ਸੂਰਜ ਨੂੰ ਵੇਂਦੀ ਹੋਵੇਗੀ। ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੈਂ ਉਂਗਲਾ ਗਿਆ। ਕਾਕੇ ਨੇ ਝੂਣ ਕੇ ਮੈਨੂੰ ਜਗਾਇਆ। ਚਾਚਾ ਚਾਚਾ, ਚਾਚੀ ਆ ਗਈ ਭਾਈਏ ਦੇ ਟਾਂਗੇ ਤੇ ਚੜ੍ਹ ਕੇ। ਰਾਤ ਸਾਰੀ ਤੁਰਦੀ ਚਾਚੀ ਅਟਾਰੀ ਆ ਕੇ ਬੈਠੀ ਹੋਈ ਸੀ। ਮੈਂ ਸ਼ਾਹ ਵੇਲਾ ਨਹੀਂ ਆਂਦਾ, ਚਾਚੀ ਨਾਲ ਰਲ ਕੇ ਖਾਵਾਂਗੇ। ਤੇ ਉਹ ਨੱਠ ਗਿਆ। ਮੈਂ ਆਵਾਜ਼ਾਂ ਹੀ ਮਾਰਦਾ ਰਹਿ ਗਿਆ। ਚਾਅ ਮੇਰੇ ਅੰਦਰ ਸਾਰੀ ਦੁਨੀਆ ਦਾ ਸੀ, ਪਰ ਕਾਹਲ ਕੋਈ ਨਹੀਂ ਸੀ। ਗੋਰੇ ਤੇ ਚੀਨੇ ਦੀ ਹੰਡਾਲੀ ਕਰਕੇ ਰਵਾਂ ਰਵੀ ਮੈਂ ਤੁਰ ਪਿਆ। ਰਾਹ ਵਿੱਚ ਕਈਆਂ ਮੁਬਾਰਕਾਂ ਦਿੱਤੀਆਂ। ਘਰ ਅੱਗੇ ਬੰਸੋ ਨਾਲ ਜਣੀ ਖਣੀ ਰਾਮਸਤ ਕਰ ਰਹੀ ਸੀ। ਮੈਨੂੰ ਵੇਖ ਕੇ ਬੰਸੋ ਨੇ ਦੀਪਾ ਚੁੱਕ ਲਿਆ ਤੇ ਮੇਰੇ ਵੱਲ ਆਈ। ਉਹਦੇ ਮੂੰਹ ਦੀ ਉਹ ਤਸਵੀਰ ਕੋਈ ਕਹਿ ਨਹੀਂ ਸਕਦਾ। ਮੇਰੀਆਂ ਅੱਖਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਹੈ। ਮੇਰੇ ਕੋਲ ਆ ਕੇ ਦੀਪਾ ਮੈਨੂੰ ਫੜਾ ਕੇ ਉਹ ਜੋਗ ਨੂੰ ਜਾ ਚੰਬੜੀ। ਹਾਏ ਮੇਰਾ ਚੀਨਾ, ਓਏ ਮੇਰਾ ਗੋਰਾ। ਇੱਕ ਨੂੰ ਛੱਡੇ, ਦੂਜੇ ਗਲ ਬਾਹਾਂ ਪਾਏ, ਉਹਨਾਂ ਦੀਆਂ ਟੱਲੀਆਂ ਨੂੰ ਚੁੰਮੇ। ਦੀਪੇ ਦਾ ਬਾਪੂ ਲਿਸ਼ਕਾਂਦਾ ਰਿਹਾ ਏ। ਗੋਰੇ ਤੇ ਚੀਨੇ ਨੂੰ ਜੱਫੀਆਂ ਪਾ ਉਸ ਫਾਵਿਆਂ ਕਰ ਦਿੱਤਾ ਤੇ ਦੀਪੇ ਨੂੰ ਘੁੱਟ-ਘੁੱਟ ਮੈਂ ਰੋਣ ਹਾਕਾ ਬਣਾ ਦਿੱਤਾ। ਉਸੇ ਘੜੀ ਹਵਾ ਦਾ ਇਹੋ ਜਿਹਾ ਬੁੱਲਾ ਆਇਆ ਕਿ ਲਾਲਟਨ ਬੁਝ ਗਈ। ਕੇਰੂ ਉੱਠਿਆ ਕਿ ਫੇਰ ਬਾਲੇ ਮੈਂ ਵਰਜ ਦਿੱਤਾ। ਰਹਿਣ ਦਿਓ ਕੇਰ ਸਿੰਘ ਜੀ, ਰਾਤ ਹੁਣ ਮੁੱਕਣ ਵਾਲੀ ਏ। ਤੁਸੀਂ ਜਰਾ ਤਾਂ ਲੱਕ ਲਾ ਲਵੋ ਤੇ ਮੈਂ ਤੁਹਾਡੀ ਪਿਆਰੀ ਕਹਾਣੀ ਨੂੰ ਦਿਲ ਦੀ ਪੱਟੀ ਉੱਤੇ ਉੱਕਰ ਲਵਾਂ। ਕੇਰੂ ਨੇ ਲੱਕ ਲਾਇਆ ਕਿ ਨਾ, ਪਰ ਮੇਰੀਆਂ ਅੱਖਾਂ ਲੱਗ ਗਈਆਂ। ਤੇ ਜਦੋਂ ਸਵੇਰੇ ਖੁੱਲੀਆਂ, ਦਿਨ ਚੰਗਾ ਚੜ੍ਹਿਆ ਤੇ ਘਰ ਬੰਸੋ ਦੇ ਕੰਮਾਂ ਨਾਲ ਭਰਿਆ ਪਿਆ ਸੀ। ਰੋਟੀ ਸਾਡੀ ਪੱਕ ਚੁੱਕੀ ਸੀ। ਅੰਦਰ ਹੀ ਬੌਕਰ ਫਿਰ ਗਈ ਸੀ ਤੇ ਬਾਹਰ ਖੁਰਲੀ ਉੱਤੇ ਗੋਰਾ ਤੇ ਚੀਨਾ ਪਚਕ ਕਰ ਰਹੇ ਤੇ ਬੰਸੋ ਗਾਂ ਹੇਠ ਬੈਠੀ ਧਾਰ ਕੱਢ ਰਹੀ ਸੀ।